ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਹੈਡਲਾਈਨ ਕੈਨੇਡਾ ਵਿੱਚ ਅੱਜ ਅਸੀਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਟੈਂਪਰੇਰੀ ਐਸੈਂਸ਼ੀਅਲ ਵਰਕਰਸ ਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਐਲਾਨੇ ਗਏ ਨਿਊ ਪਾਥਵੇ ਦੀ, ਜਿਸ ਦੇ ਰਾਹੀਂ ਉਹ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਨੇ। ਸੋ ਆਓ ਸ਼ੁਰੂ ਕਰਦੇ ਹਾਂ ਹੈਡਲਾਈਨ ਕੈਨੇਡਾ। ਕੈਨੇਡਾ ਸਰਕਾਰ 4 ਲੱਖ ਪ੍ਰਵਾਸੀਆਂ ਨੂੰ PR ਦੇਣ ਦਾ ਆਪਣਾ ਟੀਚਾ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਮਿਨਿਸਟਰ ਮਾਰਕੋ ਮੈਂਡੀਚੀਨੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ 90,000 ਟੈਂਪਰੇਰੀ ਐਸੈਂਸ਼ੀਅਲ ਵਰਕਰਸ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਮੌਕਾ ਦਿੱਤਾ ਜਾਏਗਾ। ਪੇਸ਼ ਹੈ ਇੱਕ ਰਿਪੋਰਟ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਵੱਲੋਂ 90,000 ਐਸੈਂਸ਼ੀਅਲ ਵਰਕਰਸ ਤੇ ਕੌਮਾਂਤਰੀ ਗ੍ਰੈਜੂਏਟਸ ਨੂੰ ਪਰਮਾਨੈਂਟ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਇਹ ਵਰਕਰਸ ਤੇ ਗ੍ਰੈਜੂਏਟਸ ਉਹ ਲੋਕ ਨੇ ਜਿਹੜੇ ਕੈਨੇਡਾ ਦੇ ਅਰਥਚਾਰੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ। ਇਹਨਾਂ ਸਪੈਸ਼ਲ ਜਨਤਕ ਨੀਤੀਆਂ ਨਾਲ ਟੈਂਪਰੇਰੀ ਵਰਕਰਸ ਤੇ ਇੰਟਰਨੈਸ਼ਨਲ ਗ੍ਰੈਜੂਏਟਸ ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਨੇ, ਉਹਨਾਂ ਨੂੰ ਪਰਮਾਨੈਂਟ ਸਟੇਟਸ ਮਿਲ ਜਾਏਗਾ। ਮਿਨਿਸਟਰ ਮੈਂਡੀਚੀਨੋ ਨੇ ਦੱਸਿਆ ਕਿ ਇਹ ਉਹ ਐਸੈਂਸ਼ੀਅਲ ਵਰਕਰਸ ਤੇ ਗ੍ਰੈਜੂਏਟਸ ਨੇ ਜਿਨ੍ਹਾਂ ਕੋਲ ਉਹ ਹੁਨਰ ਤੇ ਤਜਰਬਾ ਹੈ ਜਿਹੜਾ ਸਾਨੂੰ ਮਹਾਮਾਰੀ ਉੱਤੇ ਜਿੱਤ ਪਾਉਣ ਅਤੇ ਆਰਥਿਕ ਰਿਕਵਰੀ ਲਈ ਜ਼ਰੂਰੀ ਹੈ। ਇਸ ਦੌਰਾਨ ਸਾਰਾ ਧਿਆਨ ਸਾਡੇ ਹਸਪਤਾਲਾਂ ਅਤੇ ਲੌਂਗ ਟਰਮ ਕੇਅਰ ਹੋਮਸ ਵਿੱਚ ਕੰਮ ਕਰ ਰਹੇ ਟੈਂਪਰੇਰੀ ਵਰਕਰਸ ਤੇ ਹੋਰ ਐਸੈਂਸ਼ੀਅਲ ਸੈਕਟਰਸ ਵਿੱਚ ਕੰਮ ਕਰਨ ਵਾਲੇ ਫਰੰਟਲਾਈਨ ਵਰਕਰਸ ਦੇ ਨਾਲ-ਨਾਲ ਇੰਟਰਨੈਸ਼ਨਲ ਗ੍ਰੈਜੂਏਟਸ ਉੱਤੇ ਰਹੇਗਾ। ਇਸ ਲਈ ਯੋਗ ਹੋਣ ਵਾਸਤੇ ਸੰਬੰਧਿਤ ਵਰਕਰ ਤੇ ਗ੍ਰੈਜੂਏਟ ਕੋਲ ਹੈਲਥ ਕੇਅਰ ਪ੍ਰੋਫੈਸ਼ਨ ਜਾਂ ਹੋਰ ਐਸੈਂਸ਼ੀਅਲ ਆਕਿਊਪੇਸ਼ਨ ਵਿੱਚ ਕੰਮ ਕਰਨ ਦਾ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਕੌਮਾਂਤਰੀ ਗ੍ਰੈਜੂਏਟ ਲਈ ਪਿਛਲੇ 4 ਸਾਲਾਂ ਦੌਰਾਨ ਯੋਗ ਕੈਨੇਡੀਅਨ ਪੋਸਟ ਸੈਕੰਡਰੀ ਪ੍ਰੋਗਰਾਮ ਮੁਕੰਮਲ ਕੀਤਾ ਹੋਣਾ ਚਾਹੀਦਾ ਹੈ। 6 ਮਈ 2021 ਤੋਂ ਪ੍ਰਭਾਵੀ ਹੋਣ ਵਾਲੇ ਇਸ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਪ੍ਰੋਗਰਾਮ ਲਈ 3 ਸਟਰੀਮਸ ਵਿੱਚ ਅਰਜ਼ੀਆਂ ਹਾਸਲ ਕੀਤੀਆਂ ਜਾਣਗੀਆਂ। ਹੈਲਥ ਕੇਅਰ ਵਿੱਚ ਕੰਮ ਕਰਨ ਵਾਲੇ ਵਰਕਰਸ ਲਈ 20,000 ਅਰਜ਼ੀਆਂ, ਹੋਰ 94 ਐਸੈਂਸ਼ੀਅਲ ਆਕਿਊਪੇਸ਼ਨਸ ਲਈ ਟੈਂਪਰੇਰੀ ਵਰਕਰਸ ਲਈ 30,000 ਅਰਜ਼ੀਆਂ ਤੇ ਕੈਨੇਡੀਅਨ ਇੰਸਟੀਟਿਊਸ਼ਨਸ ਤੋਂ ਗ੍ਰੈਜੂਏਸ਼ਨ ਮੁਕੰਮਲ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ 40,000 ਅਰਜ਼ੀਆਂ। ਤੇ ਇਸ ਨਿਊ ਪਾਥਵੇ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਅਸੀਂ ਖਾਸ ਤੌਰ ਤੇ ਗੱਲਬਾਤ ਕੀਤੀ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਦੇ ਨਾਲ। Hello, Minister. Thank you so much for taking out time for PTC. Always happy to be with you. Minister, let's discuss about the new pathway you have announced to convert 90,000 temporary essential workers and international students to permanent residents. So first thing first, they have to be in Canada. What else is the eligibility criteria and what streams applications are accepted from? Well, the first thing I would say is I'm very excited about this historic pathway for 90,000 essential workers and recent international student graduates, which will recognize the extraordinary contributions of newcomers who are already in Canada, who are working in healthcare, in hospitals and long-term cares, in the transportation industry, in the tech sector, in the building and trade sector. And by recognizing their contributions, we will provide them with a pathway to stay in Canada permanently. This will improve their job security. It will allow them to expand their careers, and it will encourage them to put down roots in their communities where they're already giving back. So this is good news for them. And obviously, in terms of the size, the speed, and the scope of the program, it's unprecedented. 3 pathways, 20,000 for healthcare workers, 30,000 for other essential services, 40,000 for recent international graduates. And to qualify, you have to be in Canada, have at least 1 year of experience of work in Canada. And if you're a recent graduate, you have to have graduated in the last 4 years and be living in Canada with a job in hand. So again, very, very important announcement and good news for all Canadians. Definitely, it's a good news. But what would be the processing time for this? Well, we want this program to be fast and innovative and inclusive. And in order to ensure that we're welcoming those who apply under the program as quickly as possible, we're hiring more people. I've hired 62 new IRCC officers. More are coming. We're taking the platform and we're putting it online so that people can apply efficiently. And in addition to those things, we are about to invest an additional $800 million in our immigration system, thanks to the budget that we just introduced. We need to pass it,
But once we do, we will continue to transform and modernize the immigration system in a way that will allow us to welcome newcomers more quickly, and that will allow us to achieve more prosperity for all Canadians. But Minister, some fears about this online first come first serve basis system, because the Immigration Ministry has tried this program tried the system for the other programs. It didn't work. Do you think it would serve better this time? Yes, I do. And the reason I think this is good news is because with this pathway, we now have another express pathway or corridor to permanent residency. Up to 90,000 new permanent residents who will have another chance at staying in Canada. And I would just point out that, yes, I am hearing that there's lots of demand, that this is going to be a very popular program. I think that reflects how excited people are to be able to apply. But I also want to encourage people that there are still pre-existing pathways in the express entry, in other pathways, the parent and grandparent program, many different pathways that allow newcomers to come start that next chapter of their lives in Canada. And are agriculture workers part of this? Yes, agricultural workers will be eligible under the temporary to permanent pathway announced for essential workers. And this is something that we heard about from economists and business leaders and labor leaders, all of whom said, look at the domestic temporary immigration talent pool that is already in Canada, and look at not only just the healthcare sector, the tech sector, the building and trades, look at the agricultural sector and provide pathways for permanent residency. We're doing that. That'll be good for the newcomers and it'll be good for Canada. Minister, but if we look at this time period of the pandemic, it has shown light on talent. How is pandemic changing skill Canada needs for its workforce, and how is that linked to the announcement you made? Well, Canada has always been one of the top destination of choice for newcomers, for the best and the brightest around the world. And that's because we provide opportunity and because of the high quality of life that Canada offers. And our immigration system is recognized as being one of the best in the world for attracting that talent, because we look at where the gaps and the needs are in our economy and we align those needs to the skill set of the newcomers. And this announcement, what it does is it recognizes that we need multiple pathways for newcomers who possess a range of skills. And by providing those pathways to permanent residency, as I said, we are facilitating their integration into our economy, into our communities, which will be good for them and good for all Canadians. But there are a group of advocates for the rights of migrants. They said that this program doesn't go far enough. They call the new pathway a time-limited and partial program that will help only a small number of migrants. What would you say on that? Well, I would say I have listened very carefully to the migrant workers advocacy groups. And in fact, when we announced that program, they came out with a news release that said that this was a very good first step in the right direction. So my response to them is, let's keep working together. We listened, we took that idea, and we actually made it a reality. And now with this pathway, we will see up to 90,000 new permanent residents, including some from the agricultural sector and other sectors with workers who might not otherwise have a pathway to permanent residency. So this is a demonstration of our government's willingness to listen and to work with advocacy groups so that we can land good policy and it will be good for all of Canada. But Minister, there is another concern in the community, like when such kind of program is announced, when applicant has to apply it in couple of weeks, then there is always a room, always an opportunity for the agents to exploit them. So how would you address this issue? Look, I would say to anybody who tries to take advantage of newcomers that we will hold you accountable. We have a rigorous law enforcement regime that takes fraud very seriously. I used to be a federal prosecutor before I got into politics. I take crime very seriously. And now as the Minister for Immigration, Refugees and Citizenship, we're investing additional dollars so that we can crack down on fraud. And we're going to create a new college which will set a high bar for professional standards for consultants. And to your viewers, especially newcomers who are trying to navigate the system, if you get a call
and somebody asks you for your credit card information or your personal information right off the front, that's a red flag. Do not give that information. Okay, it's important that we have a system that people can be confident in, that has integrity. We're putting the money into it and we're setting the right rules so that we have a system that is fair and transparent. And we will continue to make those investments so that newcomers have the support and the service they need. But like there is another requirement, like they need a job letter. This might result in fake job letters. So how you are planning to crack that down? Look, as I said, this program is going to spell out all of the rules very clearly on our website. It will guide newcomers through the different pathways. It will guide newcomers to help them understand what information they need to provide. And that is how we are going to achieve the full success and the vision of this program. So I understand that, there will always be an issue about how it is that they can navigate. But what's important for your viewers to know is that my department will be there to support newcomers as they apply and make their way through this process. But Minister, if we look globally to the countries like US and UK, they are making changes to their immigration policies to attract bright minds. Looking the policies of these countries, do you think Canada may have to work harder to secure international talent? I am very confident about Canada's ability to continue to retain a competitive edge in recruiting the best and the brightest from around the world. We're investing in our immigration system. We are transforming it and modernizing it. We are introducing new policies that create corridors of pathways of permanent residency for immigrants who are already in Canada contributing. And most importantly, we have set ambitious goals to land 401,000 new permanent residents in Canada. And the reason we're doing that is simple. We know that immigration creates jobs, it creates growth, and it secures Canada's long-term prosperity. That's why we're going to be able to continue to welcome the best and the brightest from around the world. And that's exactly what I'm focused on doing. But how this program fits into your overall targets you announced, and how do you plan to make up the rest? Well, it fits in very neatly because it is going to allow us to start to count some of the people who are successful in applying under this program towards our 2021 goals. And it reflects the fact that we have innovated and adapted even as we've had to keep travel restrictions in place. But look, I am confident that as we make our way forward, as we see more Canadians getting vaccinated, as we see more vaccines come into the country, that we are going to find ourselves in a better position come this summer, come this fall, when hopefully we'll be able to welcome newcomers conventionally as we always have done. But we've got to be sure we get there first. In the meantime, this announcement is a big step in that direction. Definitely, Minister, it's a good option. At the end, would you like to say anything to the applicants? Would you like to add anything? Just get ready. Make sure you have all of your papers in order. This is going to be a very exciting program. We're looking forward to welcoming you as part of our family permanently. And who knows, maybe one day as citizens as well, we'll keep making smart choices for immigration so that we can grow Canada. Thank you. ਸੋ ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਗੱਲਬਾਤ ਕਰਾਂਗੇ ਦਿਸ ਇਜ਼ ਅਵਰ ਸ਼ਾਟ ਕੈਂਪੇਨ ਦੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹਾਲ ਹੀ ਦੇ ਵਿੱਚ ਕੈਨੇਡੀਅਨ ਟਾਸਕ ਫੋਰਸਿਸ ਤੇ ਡਾਕਟਰਸ ਵੱਲੋਂ ਮਿਲ ਕੇ ਸ਼ੁਰੂ ਕੀਤੀ ਗਈ ਹੈ ਦਿਸ ਇਜ਼ ਅਵਰ ਸ਼ਾਟ ਕੈਂਪੇਨ। ਕੀ ਹੈ ਇਹ ਕੈਂਪੇਨ ਤੇ ਕੀ ਫੋਕਸ ਕਰਦੀ ਹੈ, ਇਸੇ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਸਿਮਰਪ੍ਰੀਤ ਸੰਧਾਵਾਲੀਆ। ਸਤਿ ਸ਼੍ਰੀ ਅਕਾਲ ਡਾਕਟਰ ਸਿਮਰਪ੍ਰੀਤ, ਥੈਂਕ ਯੂ ਸੋ ਮਚ ਫॉर ਟੇਕਿੰਗ ਆਊਟ ਟਾਈਮ ਫॉर ਪੀਟੀਸੀ। ਥੈਂਕ ਯੂ ਵੈਰੀ ਮਚ ਮੈਨੂੰ ਅੱਜ ਲਿਆਂਦਾ ਸ਼ੋਅ ਤੇ ਉੱਤੇ। ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਆਈ ਕੈਨ ਸੀ ਯੂ ਹੈਵ ਅ ਟੀ-ਸ਼ਰਟ ਔਨ, ਦਿਸ ਇਜ਼ ਅਵਰ ਸ਼ਾਟ, ਸੋ ਵਾਟ ਇਜ਼ ਦਿਸ ਕੈਂਪੇਨ ਆਲ ਅਬਾਊਟ? ਇਹ ਅਸੀਂ ਕੈਂਪੇਨ ਸ਼ੁਰੂ ਕੀਤੀ ਆ on April 28th with other grassroots ਜਿਹੜੇ organizations ਹੈਗੇ ਆ। ਸੋ ਸਾਰੇ ਜਿਹੜੇ ਨਾ ethnic minority organizations ਆ, ਅਸੀਂ ਸਾਰੇ ਇਕੱਠੇ ਹੋ ਕੇ ਉਹਨੇ ਇਹ ਕੈਂਪੇਨ ਸ਼ੁਰੂ ਕੀਤੀ ਆ to raise awareness that vaccine ਜਿਹੜੀਆਂ information evidence-based information ਅਸੀਂ ਸਾਰੇ different languages ਦੇ ਵਿੱਚ provide ਕਰਦੇ ਪਏ ਆ and also ਅਸੀਂ vaccine confidence ਨੂੰ promote ਕਰਦੇ ਪਏ ਆ ਕਰਕੇ ਇਹ ਜਿਹੜੀ ਬਿਮਾਰੀ ਹੈਗੀ ਆ ਆਪਾਂ ਸਾਰੇ ਰਲ ਮਿਲ ਕੇ ਆਪਾਂ ਇਹ ਸਾਰਿਆਂ ਨੇ fight ਕਰਨੀ ਆ।
जी डेफिनेटली एवरीवन हैज टू डू देयर पार्ट वैक्सीन बहुत इंपॉर्टेंट हैगी है क्योंकि यही ਇੱਕੋ ਇੱਕ ਸੋਲੂਸ਼ਨ ਹੈਗਾ ਬਟ ਤੁਸੀਂ ਕਿਉਂ ਮੰਨਦੇ ਹੋ ਕਿ ਵੈਕਸੀਨ ਹੈਜ਼ੀਟੈਂਸੀ ਕਿਉਂ ਹੈਗੀ ਹੈ ਲੋਕਾਂ ਵਿੱਚ So I think that ਆਪਾਂ ਜਦੋਂ WhatsApp ਦੇਖਦੇ ਹਾਂ social media news ਬਹੁਤ ਜ਼ਿਆਦਾ confusing information ਆ ਤੇ ਬਹੁਤ ਜ਼ਿਆਦਾ information ਹੈਗੀ ਆ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ misinformation ਆ ਸੋ ਇਸੇ ਕਰਕੇ ਜਦੋਂ ਆਪਾਂ ਸਭ ਨੂੰ ਸਮਝ ਨਹੀਂ ਆਉਂਦਾ ਕੀ ਕੁਝ ਹੈਗਾ ਇਹ vaccines ਦੇ ਵਿੱਚ ਇਸ ਨਾਲ ਆਪਾਂ ਫਿਰ hesitant ਹੋ ਜਾਂਦੇ ਆ ਇਸ ਕਰਕੇ ਅਸੀਂ ਕੀ ਚਾਹੁੰਦੇ ਆ that ਇਹ different languages ਦੇ ਵਿੱਚ ਇਹ ਜਿਹੜੀ information ਆ ਜਿਹੜੀ evidence based ਜਿਹੜੇ scientists ਨੇ trials ਵਗੈਰਾ ਕੀਤੇ ਆ ਉਹ ਅਸੀਂ ਜਾਣਾ ਚਾਹੁੰਦੇ ਆ ਸਾਰੀ ਦੁਨੀਆ ਨੂੰ so that ਸਾਰਿਆਂ ਨੂੰ ਆਪਣੇ ਆਪ ਜਿਹੜੀ knowledge ਹੈਗੀ ਆ empower ਕਰਦੇ ਆ to go out and get vaccinated ਜੀ ਕੁਝ ਸਮਾਂ ਪਹਿਲਾਂ ਵੀ ਅਸੀਂ ਦੇਖਿਆ ਕਿ ਜਿਵੇਂ ਟਾਸਕ ਫੋਰਸ ਕਾਇਮ ਕੀਤੀਆਂ ਗਈਆਂ ਕਿ ਸਪੈਸ਼ਲੀ ਜਿਵੇਂ ਸਾਊਥ ਏਸ਼ੀਅਨ ਟਾਸਕ ਫੋਰਸ ਦੀ ਗੱਲ ਕਰੀਏ ਤੁਸੀਂ ਉਹਦੇ ਨਾਲ ਐਸੋਸੀਏਟਿਡ ਹੈਗੇ ਹੋ ਕਿ ਰੈਸ਼ੀਅਲਾਈਜ਼ਡ ਐਥਨਿਕ ਕਮਿਊਨਿਟੀ ਨੂੰ ਫੋਕਸ ਕੀਤਾ ਜਾਏ ਉਹਨਾਂ ਦੀ ਲੈਂਗੁਏਜ ਵਿੱਚ ਉਹਨਾਂ ਤੱਕ ਇਨਫੋਰਮੇਸ਼ਨ ਦਿੱਤੀ ਜਾਏ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਰੈਸ਼ੀਅਲਾਈਜ਼ਡ ਐਥਨਿਕ ਕਮਿਊਨਿਟੀ ਜਿਹੜੀ ਹੈਗੀ ਹੈ ਇਹਨਾਂ ਨੂੰ ਹੀ ਫੋਕਸ ਕਰਨ ਦੀ ਲੋੜ ਹੈ So I think ਸਾਰੀਆਂ communities which focus ਹੋਣਾ but ਸਾਡੀ ਜਿਹੜੀ task force ਆ ਸਾਨੂੰ ਪਤਾ that ਆਪਾਂ disproportionately South Asians affected ਆ ਇਹ ਜਿਹੜੀ ਬਿਮਾਰੀ ਦੇ ਨਾਲ ਆ ਇਹ ਹੈਗੀ ਆ multiple reasons one ਤੇ ਹੈਗਾ ਜਿਹੜੇ ਆਪਣੇ ਬਹੁਤ ਹੀ ਜ਼ਿਆਦਾ essential workers ਹੈਗੇ ਆ so ਜਦੋਂ ਕੰਮ ਤੇ ਜਾਂਦੇ ਆ ਉਹ exposure ਬਹੁਤ ਜ਼ਿਆਦਾ ਹੈਗਾ ਦੂਸਰਾ ਹੈਗਾ that ਉਹ ਘਰ ਜਦੋਂ ਜਾਂਦੇ ਆ multi generational homes ਦੇ ਵਿੱਚ ਹੈਗੇ ਆ so ਜੇ ਇੱਕ ਬੰਦਾ ਬਿਮਾਰ ਆ ਬਹੁਤ ਹੀ ਜਣੇ family ਦੇ ਵਿੱਚ ਅਸੀਂ ਤੇ ਪੂਰੀਆਂ families ਦੇਖਦੇ ਆ ਜਿਹੜੇ hospital ਦੇ ਵਿੱਚ ਆਉਂਦੇ ਆ Thirdly ਹੈਗਾ that ਜਿਹੜੇ ਆਪਣੇ South Asians ਦੇ ਵਿੱਚ ਆ ਆਪਣੇ ਬਹੁਤ ਜ਼ਿਆਦਾ ਬਿਮਾਰੀਆਂ ਜਿੱਦਾਂ heart disease, diabetes ਵਗੈਰਾ ਹੈਗੀ ਆ ਇਹ ਜਿਹੜੀ COVID-19 ਜਿਹੜੀ ਬਿਮਾਰੀ ਆ ਜਿਹੜੇ ਲੋਕਾਂ ਨੂੰ ਇਹ ਦੂਸਰੀਆਂ ਬਿਮਾਰੀਆਂ ਉਹਨਾਂ ਨੂੰ ਜ਼ਿਆਦਾ ਇਫੈਕਟ ਹੁੰਦੀ ਆ ਸੋ ਇਸ ਕਰਕੇ ਅਸੀਂ ਬਹੁਤ ਹੀ ਜ਼ਿਆਦਾ ਪੁਸ਼ ਕਰਦੇ ਹਾਂ ਤੇ ਇਨਫੋਰਮੇਸ਼ਨ ਆਪਣੇ ਲੋਕਾਂ ਲਈ ਪ੍ਰੋਵਾਈਡ ਕਰਦੇ ਹਾਂ ਬਿਕਾਜ਼ ਅਸੀਂ ਚਾਹੁੰਦੇ ਹਾਂ that you know ਇਨਫੋਰਮੇਸ਼ਨ ਕਲੀਅਰ ਹੋਵੇ ਸਾਰਿਆਂ ਵਾਸਤੇ ਸੋ ਸਾਰੇ ਜਣੇ ਸਮਝ ਸਕਦੇ ਆ ਜੀ ਜਿਵੇਂ ਵੈਕਸੀਨ ਹੈਜ਼ੀਟੈਂਸੀ ਦੀ ਗੱਲ ਕਰੀਏ ਇੱਕ ਤਾਂ ਹੋਈ ਕਿ ਵੈਕਸੀਨ ਲਈ ਹੈਜ਼ੀਟੈਂਟ ਹੈਗੇ ਆ ਇੱਕ ਹੈਜ਼ੀਟੈਂਸੀ ਇਹ ਵੀ ਦੇਖੀ ਜਾ ਰਹੀ ਹੈ ਕਿ ਪਾਰਟਿਕੂਲਰ ਵੈਕਸੀਨ ਲਈ ਹੈਜ਼ੀਟੈਂਟ ਹੈਗੇ ਆ ਕਿ ਇਹ ਲਗਵਾਉਣਾ ਚਾਹੁੰਦੇ ਆ ਉਹ ਨਹੀਂ ਲਗਵਾਉਣਾ ਚਾਹੁੰਦੇ ਆ ਤਾਂ ਇਸ ਦੇ ਲਈ ਤੁਸੀਂ ਕਿਵੇਂ ਅਵੇਅਰਨੈਸ ਕਰ ਰਹੇ ਹੋ So ਇਹਦੇ ਨਾਲ again ਜਿਹੜੀ ਨਾ information so ਜਦੋਂ ਆਪਾਂ ਜਿਸ ਤਰ੍ਹਾਂ AstraZeneca ਜਿਹੜੀ vaccine ਆ ਉਹਦੇ ਨਾਲ ਬਹੁਤ ਹੀ ਜ਼ਿਆਦਾ hesitancy ਹੈਗੀ ਆ but ਆਪਾਂ ਜਦੋਂ blood clots ਹੁੰਦੇ ਆਪਾਂ ਬਹੁਤ ਹੀ ਜ਼ਿਆਦਾ ਡਰਦੇ ਆ but ਇਹ ਜਿਹੜੀ blood clot ਦੀ ਜਿਹੜੀ side effect ਹੈਗਾ ਬਹੁਤ ਹੀ rare ਹੈਗਾ ਆਪਾਂ ਫਿਰ ਸਮਝਾਉਂਦੇ ਆ that you know ਜੇ ਤੁਸੀਂ airplane ਦੇ ਉੱਤੇ ਜਾਂਦੇ ਆ Vancouver ਨੂੰ 30 chances of getting a blood clot ਬਹੁਤ ਹੀ ਜ਼ਿਆਦਾ 1 out of 4500 ਆ ਉਹ ਜੇ ਤੁਸੀਂ birth control ਲੈਂਦੇ ਆ 1 out of 1000 ਆ ਸੋ ਇਸ ਨਾਲ ਅਸੀਂ ਜਿੱਦਾਂ conceptualize ਕਰਦੇ ਪਏ ਹਾਂ that ਜਿਹੜੀ risk ਹੈਗੀ ਆ vaccine ਦੇ ਨਾਲ ਬਹੁਤ ਹੀ rare ਹੈਗੀ ਆ but ਜੇ ਤੁਹਾਨੂੰ COVID ਹੁੰਦਾ ਤੁਹਾਡੀ risk of getting a blood clot is 1 in 5 or 1 in 10 ਇਸ ਨਾਲ ਬੰਦਾ ਬਹੁਤ ਹੀ ਜ਼ਿਆਦਾ ਬਿਮਾਰ ਹੋ ਸਕਦਾ ਸੋ ਇਸ ਕਰਕੇ ਅਸੀਂ ਸਾਰਿਆਂ ਨੂੰ ਕਹਿੰਦੇ ਆ ਜਿਹੜੀ ਵੀ ਤੁਹਾਨੂੰ vaccine available ਹੈਗੀ ਆ ਉਹ ਲਗਵਾਓ because ਜਦੋਂ ਤੁਸੀਂ vaccine ਲਗਵਾਉਂਦੇ ਆ ਉਹ immediately ਜਿੱਦਾਂ ਕਰੰਟ ਨਹੀਂ ਹੁੰਦਾ that ਤੁਹਾਨੂੰ immediately ਤੁਹਾਨੂੰ immunity ਹੋ ਜਾਂਦੀ ਆ 2-3 ਹਫ਼ਤੇ ਲੱਗ ਜਾਂਦੇ ਆ immunity ਨੂੰ develop ਹੋਣ ਲਈ ਤੁਹਾਡੇ body ਦੇ ਵਿੱਚ ਤੇ ਅਸੀਂ hospitals ਦੇ ਵਿੱਚ ਬਹੁਤ ਹੀ ਜਣੇ ਲੋਕਾਂ ਨੂੰ ਦੇਖਦੇ ਹਾਂ ਜਿਹੜੇ eligible ਸੀਗੇ vaccine ਵਾਸਤੇ ਪਰ ਉਹਨਾਂ ਨੇ ਨਹੀਂ ਲਗਵਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕ ਐਲੀਜੀਬਲ ਸੀਗੇ ਪਰ ਵੈਕਸੀਨ ਨਹੀਂ ਲਗਵਾਈ ਪਰ ਕਾਰਨ ਇਸੇ ਕਾਰਨ ਕਰਕੇ ਉਹਨਾਂ ਨੂੰ ਹਸਪੀਟਲਾਈਜ਼ ਹੋਣਾ ਪਿਆ ਤੁਹਾਨੂੰ ਲੱਗਦਾ ਹੈ ਕਿ ਸਿਚੁਏਸ਼ਨ ਤੋਂ ਬਾਅਦ ਉਹ ਅਵੇਅਰਨੈਸ ਹੋ ਰਹੀ ਹੈ ਹਾਂਜੀ I think that ਬਹੁਤ ਅਸੀਂ ਹੁਣ ਦੇਖਦੇ ਹਾਂ that ਹੁਣ ਜ਼ਿਆਦਾ uptake ਹੁੰਦੀ ਪਈ ਆ at pharmacies across Brampton and across ਜਿੱਦਾਂ Canada ਅਸੀਂ Vancouver ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਦੇਖਦੇ ਹਾਂ ਲੰਬੀਆਂ ਲਾਈਨਅਪਸ to get ਜਿਹੜੀ vaccine available ਹੈਗੀ ਆ but ਹਲੇ ਵੀ both appointments ਹੈਗੀਆਂ available pharmacies ਦੇ ਵਿੱਚ walk-ins so I know that you know ਮੁਸ਼ਕਲ ਹੁੰਦਾ sometimes ਜਦੋਂ ਤੁਸੀਂ ਕੰਮ ਤੇ ਜਾਂਦੇ ਆ ਤੇ ਤੁਹਾਡੇ ਕੋਲ maybe ਤੁਹਾਡੇ ਕੋਲ ਇੰਟਰਨੈਟ ਦੇ ਉੱਤੇ ਮੁਸ਼ਕਲ ਆ ਬੁੱਕ ਕਰਨ ਲਈ but walk-ins ਬਹੁਤ ਹੀ ਜ਼ਿਆਦਾ available ਹੈਗੀਆਂ almost ਸਾਰੀਆਂ ਜਿਹੜੀਆਂ shoppers drug marts ਹੈਗੀਆਂ Brampton ਦੇ region ਦੇ ਵਿੱਚ the Real Canadian Superstore ਜਿਹੜਾ 85 Steeles ਦੇ ਉੱਤੇ ਉਹਨਾਂ ਦੇ ਵੀ walk-ins ਹੈਗੀਆਂ Rexall ਦੇ walk-ins Costco ਤੁਸੀਂ appointment ਬਣਾ ਸਕਦੇ ਆ so ਇਹ ਜਿਹੜੀਆਂ locations ਹੈਗੀਆਂ walk-ins are available to increase accessibility ਸਾਰਿਆਂ ਵਾਸਤੇ ਜੀ ਕੈਂਪੇਨ ਦੀ ਜਿਵੇਂ ਗੱਲ ਕਰੀਏ ਤੁਸੀਂ ਦਿਸ ਇਜ਼ ਆਵਰ ਸ਼ਾਰਟ ਕੈਂਪੇਨ ਸ਼ੁਰੂ ਕੀਤੀ ਹੈ ਬਟ ਕੈਂਪੇਨਸ ਹੋਰ ਵੀ ਚੱਲ ਰਹੀਆਂ ਨੇ ਗਵਰਨਮੈਂਟ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਕਿ ਅਵੇਅਰਨੈਸ ਹੋਏ ਵਾਈ ਡੂ ਯੂ ਥਿੰਕ ਯੋਰ ਕੈਂਪੇਨ ਇਜ਼ ਡਿਫਰੈਂਟ
Because ਸਾਡੀ ਜਿਹੜੀ campaign ਹੈਗੀ ਹੈ ਨਾ, ਅਸੀਂ just a bunch of ordinary people, ਅਸੀਂ together ਹੋਏ ਆ to bring this out to ethnic media, mainstream media, ਤੇ ਸਾਡੇ WhatsApp channels. So I think that ਜਿਹੜੀ ਸਾਡੀਆਂ grassroots organizations ਆ, ਇਹ ਜ਼ਿਆਦਾ effective ਹੈਗੀਆਂ ਕਰਕੇ some people government ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, right? Because ਬਹੁਤ ਜ਼ਿਆਦਾ mistrust ਹੈਗਾ। But ਅਸੀਂ ਜਿਹੜੇ evidence based information ਅਸੀਂ ਚਾਹੁੰਦੇ ਆ that ਸਾਰਿਆਂ ਨੂੰ ਪਹੁੰਚਣ। ਜੀ ਇਸ ਕੈਂਪੇਨ ਨਾਲ ਜੇ ਮਨੀ ਰੇਜ਼ ਹੁੰਦੀ ਹੈ ਉਹ ਮਨੀ ਕਿਸ ਤਰ੍ਹਾਂ ਅੱਗੇ ਯੂਜ਼ ਹੋਏਗੀ? ਸਾਰੀਆਂ ਜਿਹੜੀਆਂ proceeds ਆ ਇਹ ਜਿਹੜੀ campaign ਤੋਂ they go to Kids Help Fund and ਸਾਨੂੰ ਪਤਾ ਅੱਜ ਜਿਹੜਾ ਸਾਲ ਆ ਬਹੁਤ ਹੀ ਲੰਬਾ ਬਹੁਤ ਹੀ ਜ਼ਿਆਦਾ mental health effects ਹੋਏ ਆ ਸਾਰੇ ਲੋਕਾਂ ਨੂੰ ਤੇ ਜਿਹੜੀ Kids Help Fund ਆ ਬਹੁਤ ਹੀ ਜ਼ਿਆਦਾ ਜਿਹੜੇ ਬੱਚੇ ਆ ਉਹ ਫੋਨ ਕਰਕੇ ਉਹਦੇ ਉੱਤੇ help seek ਕਰਦੇ ਆ ਸੋ ਇਸ ਕਰਕੇ ਸਾਰੇ ਜਿਹੜੇ funds ਆ ਉਹ Kids Help Fund ਨੂੰ ਜਾਊਗੇ। ਜੀ ਅਖੀਰ ਦੇ ਵਿੱਚ ਜਾਣਾ ਚਾਹਾਂਗੇ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਫਿਰ ਜੋ ਲੋਕ ਇਸ ਕੈਂਪੇਨ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਕਿਵੇਂ ਕਰ ਸਕਦੇ ਹਨ? ਹਾਂਜੀ ਸੋ ਇਹ ਕੈਂਪੇਨ ਨੂੰ ਅਸੀਂ ਕਹਿੰਦੇ ਆ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਆ ਪਲੀਜ਼ ਗੋ ਟੂ thisisourshot.ca ਉਹਦੇ ਉੱਤੇ ਇਹ ਜਿਹੜੀ ਸ਼ਰਟ ਹੈ 27 different languages ਦੇ ਵਿੱਚ available ਅੱਜ ਦਾ ਮੈਪ ਆਇਆ ਇਸ ਤੇ ਲਿਖਿਆ get your ਟੀਕਾ ਸੋ ਇੱਥੇ ਤੁਸੀਂ ਪਰਚੇਸ ਕਰ ਸਕਦੇ ਆ ਟੀ-ਸ਼ਰਟ ਇਹ ਪਾਓ ਵੈਕਸੀਨ ਲਗਵਾਓ ਤੇ ਫਿਰ ਆਪਣੇ ਆਪ ਦੀ ਫੋਟੋਆਂ ਲਗਵਾਓ ਤੁਹਾਡੇ ਸੋਸ਼ਲ ਮੀਡੀਆ ਦੇ ਵਿੱਚ ਬਿਕਾਜ਼ ਇਟ ਡਸ ਮੇਕ ਅ ਡਿਫਰੈਂਸ ਜਦੋਂ ਲੋਕੀ ਹੋਰ ਦੇਖਦੇ ਆ ਤਾਂ ਤੁਸੀਂ confident ਆ ਇਹ ਵੈਕਸੀਨ ਦੇ ਵਿੱਚ and ਤੁਸੀਂ ਲਗਵਾਉਂਦੇ ਆ ਤਾਂ ਹੋਰ ਵੀ ਜਾਓਗੇ ਤੇ ਲਗਵਾਓਗੇ ਤੇ ਜਿਹੜੀ ਤੁਹਾਨੂੰ ਫਰਸਟ ਵੈਕਸੀਨ ਅਵੇਲੇਬਲ ਆ ਪਲੀਜ਼ ਲਗਵਾਓ ਆਪਣੇ ਆਪ ਨੂੰ ਸੇਵ ਕਰੋ ਤੇ ਦੂਸਰਿਆਂ ਨੂੰ ਵੀ ਇਹ ਸੇਵ ਕਰੋ। ਜੀ ਬਿਲਕੁਲ ਅਸੀਂ ਵੀ ਲੋਕਾਂ ਨੂੰ ਇਹੀ ਮੈਸੇਜ ਦੇਵਾਂਗੇ ਕਿ ਡੂ ਯੋਰ ਪਾਰਟ ਐਂਡ ਗੈਟ ਵੈਕਸੀਨੇਟਡ। ਥੈਂਕ ਯੂ ਸੋ ਮਚ ਫॉर ਟੇਕਿੰਗ ਆਊਟ ਯੋਰ ਟਾਈਮ ਫॉर PTC ਐਂਡ ਸਟੇ ਸੇਫ। ਥੈਂਕ ਯੂ ਵੈਰੀ ਮਚ। ਸੋ ਹੁਣ ਤੱਕ ਲਈ ਹੈਡਲਾਈਨ ਕੈਨੇਡਾ ਵਿੱਚ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।